ਵਾਹਿਗੁਰੂ ਜੀ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰ ਠੇਉ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਵੇਲੇ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ, ਜੋ ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਦੀ ਵਿਚਾਰ, ਗਿਆਨ ਗੋਸ਼ਟ, ਸਿੱਧ ਗੋਸ਼ਟ ਅਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ, ਸ਼ੰਕੇ, ਸਧਾਰਨ ਵਿਅਕਤੀ ਦੇ ਸਧਾਰਨ ਸ਼ੰਕੇ, ਗਿਆਨਵਾਨਾਂ ਦੇ ਵੱਡੇ ਸ਼ੰਕੇ। ਸੋ ਇਸ ਤਰ੍ਹਾਂ ਸਿੱਧਾਂ ਦੇ ਬਹੁਤ ਭਾਰੀ ਸ਼ੰਕੇ ਨੇ। ਆਪਣੇ ਸਿੱਧੀਆਂ ਕਰਾਮਾਤਾਂ ਦੇ ਬਹੁਤ ਭਾਰੀ ਹੰਕਾਰ ਦੇ ਵਿੱਚ ਸਿੱਧ ਸੋਚਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਵਿਚਾਰ ਦੁਆਰਾ ਜਿੱਤ ਕੇ ਆਪਣਾ ਚੇਲਾ ਬਣਾ ਲਵਾਂਗੇ। ਸੋ ਉਹਨਾਂ ਨੇ ਆਪਣੇ ਮਨ ਵਿੱਚ ਇਹ ਵਿਚਾਰਿਆ, ਜੇ ਇਹ ਬਾਲਕ ਸਾਡਾ ਭੇਖ ਗ੍ਰਹਿਣ ਕਰ ਲਵੇ ਤਾਂ ਸਾਡੇ ਪੰਥ ਨੂੰ ਬਹੁਤ ਉਜਾਲਾ ਕਰੇਗਾ, ਪ੍ਰਗਟ ਕਰੇਗਾ। ਕਿਉਂਕਿ ਸਿੱਧਾਂ ਦੀ ਉਮਰ ਕਿਸੇ ਦੀ 200 ਸਾਲ, ਕਿਸੇ ਦੀ 500 ਸਾਲ, ਕਿਸੇ ਦੀ 1000 ਸਾਲ। ਗੁਰੂ ਨਾਨਕ ਦੇਵ ਜੀ ਦੀ ਉਮਰ ਥੋੜ੍ਹੀ ਹੋਣ ਕਰਕੇ ਉਹਨਾਂ ਸਾਹਮਣੇ ਮਹਿਸੂਸ ਕਰਦੇ ਸਨ ਇਹ ਬਾਲਕ ਹੈ। ਉਸ ਵੇਲੇ ਸਿੱਧਾਂ ਨੇ ਫਿਰ ਆਪਣੀ ਸ਼ਕਤੀ ਨਾਲ ਇੱਕ ਸਰੋਵਰ ਜੋ ਲਾਗੇ ਸੀ ਉਹਦੇ ਵਿੱਚ ਰਤਨ, ਜਵਾਹਰ, ਲਾਲ, ਮਣੀਆਂ ਸ਼ਕਤੀ ਨਾਲ ਬਹੁਤ ਭਰ ਦਿੱਤਾ। ਅਤੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਖੱਪਰ ਤੋਂ ਭਾਵ ਇੱਕ ਬਰਤਨ ਹੁੰਦਾ ਜੋਗੀਆਂ ਦਾ, ਉਹ ਮਹਾਰਾਜ ਨੂੰ ਦੇ ਕੇ ਕਹਿਣ ਲੱਗੇ, ਉਹ ਸਾਹਮਣੇ ਇੱਕ ਸਰੋਵਰ ਹੈ ਭਰੇ, ਜਾਓ ਅਸੀਂ ਪਾਣੀ ਪੀਣਾ ਹੈ, ਉਹਦੇ 'ਚ ਪਾਣੀ ਭਰ ਕੇ ਲਿਆਓ। ਜਦੋਂ ਮਹਾਰਾਜ ਜੀ ਗਏ ਜਲ ਲੈਣ ਵਾਸਤੇ, ਵੇਖਿਆ ਪਾਣੀ ਦੀ ਜਗ੍ਹਾ ਤੇ ਰਤਨ, ਜਵਾਹਰ, ਮਾਣਕ ਪਏ ਨੇ। ਹੁਣ ਸਤਿਗੁਰੂ ਨੂੰ ਕੌਣ ਧੋਖਾ ਦੇ ਸਕਦਾ? ਸਤਿਗੁਰੂ ਅੰਤਰਜਾਮੀ ਸਭ ਜਾਣਦੇ ਨੇ, ਕਰਨ ਕਾਰਨ ਪਤਤ ਪਾਵਨ ਗੁਰੂ ਜਾਣਦੇ ਨੇ। ਇਹ ਲੋਕ ਮੈਨੂੰ ਲਾਲਚ ਦੇਣਾ ਚਾਹੁੰਦੇ ਨੇ ਅਤੇ ਮੈਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ। ਸੋ ਮਹਾਰਾਜ ਤਾਂ ਕਹਿੰਦੇ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਉ। ਸੋ ਚਾਰ ਪਦਾਰਥਾਂ ਦੇ ਤਾਪ ਸੱਚੇ ਪਾਤਸ਼ਾਹ ਦਾਤੇ ਨੇ। ਮਹਾਰਾਜ ਨੇ ਵਾਪਸ ਆ ਕੇ ਉਹ ਖੱਪਰ ਮੋੜ ਦਿੱਤਾ। ਸਤਿਗੁਰੂ ਕਹਿਣ ਲੱਗੇ, ਉੱਥੇ ਪਾਣੀ ਨਹੀਂ ਹੈ ਭਾਈ। ਸਿੱਧ ਹੱਕੇ ਬੱਕੇ ਜੇ ਰਹੇ ਵੀ ਉੱਥੇ ਤਾਂ ਇੰਨਾ ਕੁਛ ਅਸੀਂ ਹੀਰੇ ਮੋਤੀ ਜਵਾਹਰਾਤ ਖਿਲਾਰੇ ਸੀ, ਇਹਨਾਂ ਨੂੰ ਲਾਲਚ ਨਹੀਂ ਆਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਤੋਂ ਭਾਵ ਸਾਡਾ ਭੇਖ ਗ੍ਰਹਿਣ ਕਰ ਲਵੇ। ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ। ਕਲਯੁਗ ਦੇ ਸਮੇਂ ਵਿੱਚ ਇਹ ਸਾਡੇ ਪੰਥ ਨੂੰ ਦੂਰ ਦੂਰ ਤੱਕ ਫੈਲਾ ਦੇਣਗੇ ਜੇ ਸਾਡੇ ਵਿੱਚ ਰਲ ਜਾਣ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ, ਉੱਠ ਚਾਲਾ ਬਾਬਾ ਆਇਆ ਪਾਣੀਆਂ, ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਾਹੀਂ ਉਸਤਾਲਾ। ਮਹਾਰਾਜ ਕਹਿੰਦੇ ਉੱਥੇ ਪਾਣੀ ਤਾਂ ਹੈ ਹੀ ਨਹੀਂ। ਫਿਰ ਸਤਿਗੁਰੂ ਮਹਾਰਾਜ ਨੂੰ ਸਿੱਧ ਜਾਣਗੇ ਕਿ ਇਹ ਤਾਂ ਬਹੁਤ ਨਿਰਲਾਲਚ ਨੇ, ਉੱਚੀ ਪਦਵੀ ਦੇ ਮਾਲਕ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ, ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਇਸ ਤਰ੍ਹਾਂ ਮਹਾਰਾਜ ਨੇ ਸਿੱਧਾਂ ਨੂੰ ਸ਼ਬਦ ਦੇ ਦੁਆਰਾ ਜਿੱਤਿਆ। ਅਖੀਰ ਕਹਿਣ ਲੱਗੇ, ਮਹਾਰਾਜ ਤੁਸੀਂ 68 ਤੀਰਥਾਂ ਤੇ ਨਹੀਂ ਨਹਾਤੇ ਹੋਣੇ, ਚਲੋ ਤੁਹਾਨੂੰ ਇਹਦੇ ਨਾਲ ਇਸ਼ਨਾਨ ਕਰਵਾ ਲਈਏ, ਤੀਰਥਾਂ ਤੇ ਚੱਲਦੇ ਆ, ਇਹ ਨਾਲ ਰਤਨ ਜਵਾਹਰ ਮਾਣਕ ਆਦਿਕ ਪ੍ਰਾਪਤ ਹੁੰਦੇ ਨੇ, ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ, ਚਾਰ ਪਦਾਰਥ ਮਿਲਦੇ ਨੇ। ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣ ਲੱਗੇ। ਉਹਨਾਂ ਦਾ ਮਤਲਬ ਸੀ ਕਿ ਸਤਿਗੁਰੂ ਮਹਾਰਾਜ ਨੂੰ ਭਰਮਾ ਕੇ ਆਪਣਾ ਚੇਲਾ ਕਿਵੇਂ ਨਾ ਕਿਵੇਂ ਬਣਾ ਲਈਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੇ ਤਿਸ ਭਾਵਾਂ, ਗੱਲ ਬਣਦੀ ਜਦੋਂ ਉਹਨੂੰ ਭਾ ਜਾਈਏ। ਪਰਮਾਤਮਾ ਨੂੰ ਕੀ ਭਾਉਂਦਾ ਹੈ
ਮਹਾਰਾਜ ਕਹਿੰਦੇ ਨੇ ਇੱਕ ਛੋਟਾ ਜਿਹਾ ਅੱਕ ਦਾ ਟਿੱਡਾ ਅੱਕ ਤੇ ਬਹਿ ਕੇ ਮਾੜਾ ਜਿਹਾ ਖਾਣ ਵਾਲਾ ਅਤੇ ਉਹ ਜੇ ਕਹਿੰਦਾ ਵਾਹਿਗੁਰੂ ਵਾਹਿਗੁਰੂ ਉਹ ਮੇਰੇ ਲਈ ਚੰਗਾ। ਜੇ ਇੱਕ ਹਾਥੀ ਡੱਕੇ ਫੂਕੇ ਖੇ ਉਡਾਵੇ 100 ਮਣ ਹਾਥੀ ਖਾ ਜਾਂਦਾ ਖਾਣਾ ਤੇ ਫਿਰ ਉਹ ਡੱਕੇ ਉਡਾਉਂਦਾ ਉੱਚੀ ਉੱਚੀ ਚੀਕਾਂ ਮਾਰਦਾ ਦਰਖਤ ਪੱਟ ਦਿੰਦਾ ਸਵਾਹ ਉੱਤੇ ਪਾ ਲੈਂਦਾ। ਉਹ ਪ੍ਰਮਾਤਮਾ ਨੂੰ ਨਹੀਂ ਪਾਉਂਦਾ। ਭਾਵ ਕਿ ਜੀਵ ਹਾਥੀ ਦੀ ਤਰ੍ਹਾਂ ਹੰਕਾਰਿਆ ਹੋਇਆ ਜੀਵ ਨਹੀਂ ਪਾਉਂਦਾ। ਨਿਮਰਤਾ ਗਰੀਬੀ ਵਾਲਾ ਗੁਰਸਿੱਖ ਭਾ ਜਾਂਦਾ। ਸਾਧਨਾ ਕਰਕੇ ਇਨਸਾਨ ਨੂੰ ਹੰਕਾਰ ਹੁੰਦਾ। ਹੰਕਾਰ ਤੋਂ ਬਚਦੇ ਹੋਏ ਕਮਾਈ ਕਰਨ ਵਾਲੇ ਸਿਆਣੇ ਗੁਰਸਿੱਖ ਹੁੰਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੀਰਥ ਨਹਾਵਾ ਜੇ ਤਿਸ ਭਾਵਾ। ਮਹਾਰਾਜ ਕਹਿਣ ਲੱਗੇ ਭਾਈ ਸਿੱਧੋ ਤੀਰਥਾਂ ਤੇ ਨਹਾਵਾ ਤੋਂ ਭਾਵ ਇਸ਼ਨਾਨ ਕਰਨਾ ਤਦ ਸਫਲਾ ਹੈ। ਸੋ ਇਹ ਨੰਨੇ ਕੰਨਾ ਵਾਵੇ ਕੰਨਾ ਨਾਵਾ ਭਾਰਾ ਹੀ ਕਰਕੇ ਬੋਲਣਾ ਤੀਰਥ ਨਹਾਵਾ ਕਿਉਂਕਿ ਨਹਾਵਾ ਅੱਖਰੀ ਤੀਰਥ ਤੇ ਨਹਾਉਣਾ ਸਿੱਧ ਕਰੇਗਾ। ਰਾਮਦਾਸ ਸਰੋਵਰ ਨਹਾਤੇ ਉੱਥੇ ਨਾਤੇ ਨਹੀਂ ਨਾਤੇ ਤਾਂ ਰਿਸ਼ਤੇ ਨਾਤੇ ਹੁੰਦੇ ਨੇ। ਨਹਾਤੇ ਨਹਾਉਣਾ ਵੇਣ ਭਾਣੇ ਕੇ ਨਹਾਏ ਕਰੀ। ਮਹਾਰਾਜ ਕਹਿੰਦੇ ਜੇ ਤਿਸ ਪ੍ਰਮਾਤਮਾ ਨੂੰ ਭਾ ਜਾਈਏ ਨਾ ਉਹ ਇਸ਼ਨਾਨ ਕੀਤਾ ਹੋਇਆ ਭਾ ਜਾਵੇ ਫੇਰ ਤਾਂ ਉਹ ਸਫਲ ਹੈ ਇਸ਼ਨਾਨ ਕੀਤਾ। ਜਦੋਂ ਪ੍ਰਮਾਤਮਾ ਨੂੰ ਭਾਉਂਦਾ ਹੀ ਨਹੀਂ ਨਹਾ ਕੇ ਕੀ ਕਰਨਾ। ਜੇ ਪ੍ਰਮਾਤਮਾ ਨੂੰ ਮਨਜ਼ੂਰ ਨਾ ਹੋਵੇ ਤਾਂ ਤੀਰਥ ਇਸ਼ਨਾਨ ਕਰਨਾ ਨਿਸਫਲ ਹੀ ਹੋ ਜਾਂਦਾ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਮਹਾਰਾਜ ਕਹਿੰਦੇ ਨੇ ਅਸਲ ਸਿਧਾਂਤ ਜਿਹੜਾ ਸਮਝਾਉਣਾ ਸੀ ਸਾਰੀ ਦੁਨੀਆ ਨੂੰ ਉਹ ਇਹ ਸੀ ਕਿ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਅਸਲ ਵਿੱਚ ਉਹੀ ਕਾਰਜ ਸਾਡਾ ਸਫਲਾ ਹੁੰਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਐਸਾ ਬਚਨ ਵੀ ਕੀਤਾ ਹੈ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ। ਇਸ ਤਰ੍ਹਾਂ ਜੇ ਤੀਰਥਾਂ ਤੇ ਨਹਾਉਣ ਲਈ ਕਈ ਚੀਜ਼ਾਂ ਐਸੀਆਂ ਆ ਵੀ ਜਾਂਦੀਆਂ ਕਿਤੇ ਕਿਤੇ ਆਪਾਂ ਨੂੰ ਥੋੜ੍ਹੀ ਜਿਹੀ ਸਾਖੀ ਸੁਣਾਉਣੀ ਪੈਂਦੀ ਹੈ। ਸੋ ਜਿਵੇਂ ਤੁਲਸੀਦਾਸ ਜੀ ਕਾਂਸ਼ੀ 'ਚ ਨਿਵਾਸ ਕਰਦੇ ਸੀ ਜਦੋਂ ਸਵੈ ਇੱਛਾ ਅਨੁਸਾਰ ਜਗਨਨਾਥ ਦੀ ਯਾਤਰਾ ਨੂੰ ਗਏ ਤਾਂ ਉੱਥੇ ਉਹਨਾਂ ਨੇ ਉਹ ਪੱਥਰ ਜੇ ਹੁੰਦੇ ਨੇ ਪੂਜਾ ਵਾਲੇ ਉਹ ਸਸਤੇ ਮਿਲਦੇ ਦੇਖ ਕੇ ਖਰੀਦ ਲਏ। ਪਿੱਛੋਂ ਪਰਮੇਸ਼ਰ ਜੀ ਨੇ ਸੰਤਾਂ ਦਾ ਰੂਪ ਧਾਰਿਆ ਉਹਨਾਂ ਦੇ ਘਰੇ ਆਏ। ਉਹਦੀ ਪਤਨੀ ਨੂੰ ਪੁੱਛਣ ਲੱਗੇ ਤੁਲਸੀ ਜੀ ਕਿੱਥੇ ਗਏ ਨੇ। ਕਹਿੰਦੀ ਉਹ ਤਾਂ ਜੀ ਯਾਤਰਾ ਗਏ ਨੇ। ਉਸ ਵਕਤ ਸਾਧੂ ਬਣੇ ਪਰਮੇਸ਼ਰ ਨੇ ਕਿਹਾ ਨਹੀਂ ਯਾਤਰਾ ਨਹੀਂ ਗਾ ਤਾਂ ਸੌਦਾ ਖਰੀਦਣ ਗਿਆ। ਪਤਨੀ ਹੈਰਾਨ ਹੋਈ ਸੌਦਾ ਖਰੀਦਣ ਗਿਆ। ਜਦੋਂ ਵਾਪਸ ਆ ਕੇ ਪੁੱਛਿਆ ਕੋਈ ਆਇਆ ਸੀ ਪਿੱਛੋਂ ਕਹਿੰਦੇ ਕੋਈ ਮਹਾਤਮਾ ਆਏ ਸੀ। ਮੈਂ ਕਿਹਾ ਉਹ ਤੀਰਥ ਨਹਾਉਣ ਗਏ ਨੇ ਯਾਤਰਾ ਤੇ ਗਏ ਜਗਨਨਾਥ। ਉਹ ਸਾਧੂ ਕਹਿੰਦੇ ਉਹ ਤਾਂ ਸੌਦਾ ਕਰਨ ਗਏ ਨੇ। ਇੱਕਦਮ ਜਿਵੇਂ ਕਰੰਟ ਵੱਜਦਾ ਮਨ ਨੂੰ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਮਤਲਬ ਮੇਰੀ ਯਾਤਰਾ ਲੱਗੀ ਨਹੀਂ। ਕਹਿੰਦੇ ਮੈਂ ਇਹ ਜਿਹੜਾ ਲੈ ਕੇ ਆਇਆ ਪੱਥਰ ਜੇ ਵਾਪਸ ਕਰਕੇ ਆਵਾਂ ਸਾਲਗ੍ਰਾਮ ਕਹਿੰਦੇ ਨੇ। ਪਰ ਆਪਣੀ ਇਸਤਰੀ ਨੂੰ ਦੱਸਿਆ ਬਹਾਨਾ ਜਿਹਾ ਬਣਾ ਕੇ ਫੇਰ ਚਲੇ ਗਏ ਮੈਂ ਤੀਰਥ ਨਹਾਉਣ ਚੱਲਿਆ। ਜਦੋਂ ਵਾਪਸ ਕਰਨ ਗਏ ਉਹ ਪੱਥਰ ਪਰਮੇਸ਼ਰ ਫਿਰ ਸੰਤਾਂ ਦਾ ਰੂਪ ਧਾਰਨ ਕਰਕੇ ਆ ਗਏ। ਕਿੱਥੇ ਗਏ ਨੇ ਕਹਿੰਦੇ ਜੀ ਉਹ ਤੀਰਥ ਨਹਾਉਣਗੇ। ਕਹਿੰਦੇ ਕਾਹਨੂੰ ਉਹ ਤਾਂ ਮੋੜਨ ਗਏ ਪੱਥਰ ਜਿਹੜੇ ਲੈ ਕੇ ਆਇਆ ਸਾਲਗ੍ਰਾਮ। ਫੇਰ ਆ ਕੇ ਪੁੱਛਿਆ ਪਿੱਛੋਂ ਕੋਈ ਆਇਆ ਸੀ। ਕਹਿੰਦੇ ਇੱਕ ਸਾਧੂ ਆਇਆ ਸੀ ਉਹ ਕਹਿੰਦੇ ਸੀ ਉਹ ਪੱਥਰ ਮੋੜਨ ਗਏ। ਫੇਰ ਸੋਚਿਆ ਮੇਰੀ ਯਾਤਰਾ ਇਹਦਾ ਮਤਲਬ ਸਫਲ ਹੀ ਨਹੀਂ ਹੋਈ। ਫਿਰ ਐਨ ਇੱਕ ਮਨ ਹੋ ਕੇ ਗਏ ਨਾ ਕੁਛ ਉੱਥੋਂ ਮੈਂ ਖਰੀਦਾਂਗਾ ਸਿਰਫ ਇਸ਼ਨਾਨ ਕਰਕੇ ਪਾਠ ਕਰਕੇ ਘਰੇ ਮੁੜਨਾ। ਤੀਜੀ ਵਾਰੀ ਪ੍ਰਮਾਤਮਾ ਸਾਧੂ ਦਾ ਰੂਪ ਧਾਰਨ ਕਰਕੇ ਜਦੋਂ ਆਏ ਕਹਿੰਦੇ ਕਿੱਧਰ ਗਏ ਨੇ ਤੁਲਸੀਦਾਸ ਜੀ। ਉਹਨਾਂ ਦੀ ਪਤਨੀ ਕਹਿਣ ਲੱਗੀ ਉਹ ਤਾਂ ਜੀ ਯਾਤਰਾ ਗਏ ਨੇ। ਕਹਿੰਦੇ ਹਾਂ ਹੁਣ ਯਾਤਰਾ ਗਿਆ ਹੁਣ ਉਹ ਸੌਦਾ ਨਹੀਂ ਕਰਨ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਲੋਕ ਨਾਲੇ ਕੋਸ਼ਿਸ਼ ਕਰਦੇ ਉੱਥੋਂ ਚਲੋ ਫਲਾਣੇ ਥਾਂ ਯਾਤਰਾ ਚੱਲਦੇ ਆ ਉੱਥੋਂ ਚੀਜ਼ਾਂ ਵੀ ਸਸਤੀਆਂ ਮਿਲ ਜਾਣਗੀਆਂ ਨਾਲੇ ਚੀਜ਼ਾਂ ਖਰੀਦ ਲਿਆਵਾਂਗੇ। ਕਈ ਲੋਕ ਤਾਂ ਫਿਰ ਉਹਦਾ ਵਪਾਰ ਵੀ ਕਰਨ ਲੱਗ ਪਏ ਉੱਥੇ ਫਲਾਣੀ ਥਾਂ ਆਹ ਚੀਜ਼ ਸਸਤੀ ਆ ਨਾਲੇ ਮੱਥਾ ਟੇਕ ਆਵਾਂਗੇ ਨਾਲੇ ਚੀਜ਼ ਵੇਚ ਕੇ ਆਪਣਾ ਕਿਰਾਇਆ ਕੱਢ ਲਾਂਗੇ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਦੇ ਲੋਕਾਂ ਦੀ ਸਿਆਣਪ ਹੈ ਇਹ ਪ੍ਰਮਾਤਮਾ ਨੂੰ ਭਾਉਂਦੇ ਨਹੀਂ। ਕਿਉਂਕਿ ਤੀਰਥਾਂ ਤੇ ਇਸ਼ਨਾਨ ਕਰਨਾ ਤਦੋਂ ਸਫਲ ਹੈ ਜੇ ਪ੍ਰਮਾਤਮਾ ਨੂੰ ਭਾਵਾਂ ਤੋਂ ਭਾਵ ਚਾਹਣਾ ਕਰੇ।
ਬਿਨ ਭਾਣੇ ਤੋਂ ਭਾਵ ਬਿਨਾਂ ਚਾਹੇ ਦੇ ਨਹਾ ਕੇ ਕੀ ਕਰਨਾ, ਜੇ ਨਾਮ ਨਹੀਂ ਜਪਣਾ। ਠਾਹ ਤੀਰਥਾਂ ਤੇ ਨਹਾ ਲਿਆ। ਹੁਣ ਭਗਤ ਕਬੀਰ ਜੀ ਦੇ ਕੋਲ ਇੱਕ ਵਾਰ ਸਾਧੂ ਸੰਤ ਆਏ, ਪ੍ਰਸ਼ਾਦਾ ਛਕਾਇਆ ਸਭ ਨੂੰ। ਕਹਿੰਦੇ ਸੰਤੋ ਕਿੱਧਰ ਜਾ ਰਹੇ ਹੋ? ਕਹਿੰਦੇ ਗੰਗਾ ਯਾਤਰਾ ਜਾ ਰਹੇ, ਤੁਸੀਂ ਵੀ ਨਾਲ ਚੱਲੋ, 68 ਤੀਰਥਾਂ ਤੇ ਜਾਣਾ ਅਸੀਂ। ਕਬੀਰ ਜੀ ਤਾਂ ਬ੍ਰਹਮ ਗਿਆਨੀ ਸੀ, ਉਹ ਕਹਿੰਦੇ ਚਲੋ ਮੈਂ ਤਾਂ ਕੀ ਜਾਣਾ, ਆਹ ਮੇਰੀ ਤੂੰਬੀ ਲੈ ਜਾਓ, ਭਾਵ ਕੌੜ ਤੂੰਬੀ ਜੀ ਦੇਤੀ। ਉਹ ਬਹੁਤ ਹੀ ਕੌੜੀ ਹੁੰਦੀ, ਜ਼ਿਆਦਾ ਹੀ। ਉਸ ਵਕਤ ਜਦੋਂ ਦੇ ਦਿੱਤਾ, 68 ਤੀਰਥਾਂ ਤੇ ਇਸ਼ਨਾਨ ਕਰਾ ਕੇ 1-2 ਸਾਲ ਲੱਗ ਜਾਂਦੇ ਸੀ। ਮੁੜੇ ਜਦੋਂ ਕਬੀਰ ਜੀ ਕਹਿੰਦੇ ਇਹ ਹਰੇਕ ਥਾਂ ਮੇਰੀ ਕੌੜ ਤੂੰਬੀ ਦੀ ਟੁੱਬੀ ਲਵਾ ਲਿਓ ਪਾਣੀ 'ਚ। ਜਦੋਂ ਲਿਆ ਕੇ ਕਬੀਰ ਜੀ ਨੂੰ ਦਿੱਤੀ, ਕਬੀਰ ਜੀ ਨੇ ਕਿਹਾ ਲੋਈ ਲੈ ਬਈ ਆਹ ਕੌੜ ਤੂੰਬੀ ਤਾਂ ਤਰ ਗਈ, 68 ਤੀਰਥ ਨਹਾ ਕੇ ਆਈ, ਇਹ ਤਾਂ ਮਿੱਠੀ ਹੋ ਗਈ ਹੋਣੀ ਆ, ਇਹਦੀ ਚਟਨੀ ਬਣਾ, ਸੰਤਾਂ ਨੂੰ ਛਕਾਈਏ ਸਾਰਿਆਂ ਨੂੰ। ਜਦ ਅੱਧੀ ਰੋਟੀ ਖਾ ਲਈ ਸਾਰਿਆਂ ਸੰਤਾਂ ਨੇ, ਕਹਿੰਦੇ ਉਹ ਚਟਨੀ ਤਾਂ ਰਹਿ ਗਈ। ਚਟਨੀ ਫਿਰ ਜਾਣ ਕੇ ਲੇਟ ਵਰਤਾਈ, ਜਦੋਂ ਮੂੰਹ 'ਚ ਪਾਈ ਇੰਨੀ ਕੌੜੀ ਜ਼ਹਿਰ ਵਰਗੀ ਚਟਨੀ, ਥੂ ਕਰਦੇ ਫਿਰਨ ਸਾਰੇ। ਕਹਿੰਦੇ ਕਬੀਰ ਜੀ ਆਹ ਕੀ ਖਵਾਤਾ, ਰੋਟੀ ਦਾ ਸਵਾਦ ਹੀ। ਕਹਿੰਦੇ ਉਹੀ ਕੌੜ ਤੂੰਬੀ ਚਟਨੀ ਜਿਹੜੀ 68 ਤੀਰਥਾਂ ਤੇ ਨਵਾ ਕੇ ਲਿਆਂਦੀ ਹੈ, ਮਿੱਠੀ ਨਹੀਂ ਹੋਈ। ਕਹਿੰਦੇ ਮਹਾਰਾਜ ਇਹ ਤਾਂ ਜ਼ਹਿਰ ਵਰਗੀ ਹੈ। ਸੋ ਇਸ ਕਰਕੇ ਲੌਕੀ 68 ਤੀਰਥ ਨਹਾਈ, ਕੌਰਾ ਪਨ ਤਉ ਨਾ ਜਾਈ, ਇਹ ਸ਼ਬਦ ਉੱਥੇ ਉਚਾਰਿਆ। ਫਿਰ ਸੋ ਇਸ ਕਰਕੇ ਜਿਹੜਾ ਕੌੜੇ ਸੁਭਾਅ ਵਾਲਾ ਈਰਖਾਲੂ ਦਵੈਸ਼ੀ ਮਨੁੱਖ ਹੈ, ਉਹ ਕੋਈ ਵੀ ਕਰਮ ਕਰੇ। ਹੁਣ ਤੀਰਥਾਂ ਤੇ ਨਹਾਤਾ ਕੀ ਕਰੂ? ਲੋਕੀ ਜਾਂਦੇ ਨੇ, ਜਾ ਕੇ ਆਪਣੇ ਵੀ ਲੋਕ ਨਹਾਉਂਦੇ ਨੇ ਸਰੋਵਰਾਂ ਪਰ ਜਦੋਂ ਤੱਕ ਗੁਰਬਾਣੀ ਦਾ ਅਭਿਆਸ ਨਹੀਂ, ਪਾਠ ਨਹੀਂ, ਵਿੱਚੇ ਗੱਲਾਂ ਕਰੀ ਜਾਣੀਆਂ, ਪਹਿਲਾਂ ਬਾਹਰ ਨਾ ਨਹਾਉਣਾ, ਇਸ ਤਰ੍ਹਾਂ ਕਰਕੇ ਮੈਂ ਤਾਂ ਨਹਾਇਆ ਵੀ ਉੱਥੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹਾਉਣ ਤੋਂ ਬੜੀਆਂ ਮਰਿਆਦਾਵਾਂ ਨੇ। ਪਹਿਲਾਂ ਇਸ਼ਨਾਨ ਕਰਨਾ ਟੂਟੀਆਂ ਤੇ, ਫਿਰ ਸਰੋਵਰ 'ਚ ਵੜਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਸੂਖਮ ਕਿ ਸਤਿਗੁਰੂ ਮੈਂ ਇਸ਼ਨਾਨ ਕਰਨ ਲੱਗਿਆ, ਕਿਰਪਾ ਕਰਿਓ। ਫਿਰ ਸਰੋਵਰ ਦੇ ਵਿੱਚ ਜਲ ਸਰਧਾ ਨਾਲ, ਭਾਵਨਾ ਨਾਲ ਇਸ਼ਨਾਨ ਕਰਦਿਆਂ ਪਾਠ ਕਰਨਾ ਜਪਜੀ ਸਾਹਿਬ ਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥ ਉੱਤੇ ਨਹਾਤਾ ਹੋਇਆ, ਪਾਠ ਕੀਤਾ ਹੋਇਆ, ਸੇਵਾ ਕੀਤੀ ਹੋਈ, ਕੋਈ ਵੀ ਕਰਮ ਉਦੋਂ ਸਫਲ ਹੈ ਜੋ ਵਾਹਿਗੁਰੂ ਨੂੰ ਭਾਉਂਦਾ ਹੈ। ਜੇ ਪ੍ਰਮਾਤਮਾ ਨੂੰ ਤੁਹਾਡਾ ਕੀਤਾ ਹੋਇਆ ਕਰਮ ਨਹੀਂ ਭਾਉਂਦਾ ਹੈ ਤਾਂ ਉਹਦੇ ਉਹ ਦਰ ਤੇ ਪ੍ਰਵਾਨ ਹੀ ਨਹੀਂ ਹੁੰਦਾ ਹੈ। ਇਸ ਕਰਕੇ ਉਹਦੇ ਦਰ ਤੇ ਪ੍ਰਵਾਨ ਕੋਈ ਵੀ ਚੀਜ਼ ਤਾਂ ਹੁੰਦੀ ਜੇ ਉਹ ਪ੍ਰਮਾਤਮਾ ਦਾ ਭਾਣਾ ਮੰਨੇ ਅਤੇ ਨਾਮ ਜਪੇ ਤੇ ਨਿਮਰਤਾ 'ਚ ਰਹੇ। ਜੇ ਹਉਮੈ ਵਿੱਚ ਆ ਕੇ ਤੀਰਥ ਨਹਾਤਾ, ਸੋ ਕਹਿੰਦੇ ਤੀਰਥਾਂ ਦੇ ਉੱਤੇ ਬਹੁਤ ਲੋਕ ਨਹਾਉਂਦੇ ਨੇ ਔਰ ਫਿਰ ਕਾਂ ਦੀ ਤਰ੍ਹਾਂ ਰੌਲਾ ਪਾਉਂਦੇ ਨੇ, ਮੈਂ ਇੰਨੀ ਵਾਰੀ ਗਿਆ, ਮੈਂ ਇੰਨੀ ਵਾਰੀ ਨਹਾਤਾ। ਸਤਿਗੁਰੂ ਮਹਾਰਾਜ ਕਹਿੰਦੇ ਆਪਾਂ ਨੇ ਬਿਨਾਂ ਦੱਸੇ ਜੋ ਕਰਮ ਕਰਨਾ ਉਹਦੇ 'ਚ ਲਾਭ ਜ਼ਿਆਦੇ। ਹੁਣ ਜਿਵੇਂ ਮਹਾਰਾਜ ਨੇ ਬਚਨ ਕਿਹਾ ਹੈ ਵਡਹੰਸ ਦੀ ਆਵਾਜ਼ ਚੌਥੇ ਪਾਤਸ਼ਾਹ ਨੇ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਹਰ ਕਰ ਨਾਮ ਲਿਆ। ਤਿਸ ਗੁਰਸਿੱਖ ਕਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਗੁਰਸਿੱਖ ਦੀ ਵੱਡੀ ਚੀਜ਼ ਹੈ, ਉਹ ਠੀਕ ਹੈ ਚਰਨੀ ਜਾਏ ਪਿਆ, ਮੁਖੋਂ ਰਾਮ ਵੀ ਕਿਹਾ, ਨਾਮ ਸੁਣ ਕੇ ਆਨੰਦ ਵੀ ਆਇਆ, ਸਤਿਗੁਰ ਦੀ ਸੇਵਾ ਕਰਕੇ ਹਰਿ ਨਾਮ ਵੀ ਲਿਆ। ਇਹਨਾਂ ਨੂੰ ਨਮਸਕਾਰ ਕੀਤੀ। ਕਿਹਨੂੰ ਕੀਤੀ? ਤਿਸ ਗੁਰਸਿੱਖ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਭਾਣੇ ਦਾ ਅਰਥ ਨਹੀਂ ਹੁੰਦਾ ਕਿ ਕੋਈ ਚੜ੍ਹਾਈ ਕਰ ਗਿਆ ਭਾਣਾ ਮੰਨ ਲਿਆ, ਕੋਈ ਦੁੱਖ ਦੀ ਘੜੀ ਆ ਗਈ ਭਾਣਾ ਮੰਨ ਲਿਆ। ਭਾਣੇ ਦਾ ਅਰਥ ਹੈ ਹੁਕਮ ਮੰਨਣਾ। ਜਿਹੜਾ ਬੰਦਾ ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇ ਮੈਂ ਹੁਕਮ ਤਾਂ ਉਹਦਾ ਕੋਈ ਮੰਨਦਾ ਨਹੀਂ ਤੇ ਤੀਰਥਾਂ ਪਰ ਨਹਾਵਾਂ ਜਾ ਕੇ। ਜੋ ਕਲਗੀਧਰ ਜੀ ਨੇ ਹੁਕਮ ਕੀਤੇ ਨੇ ਖਾਲਸੇ ਨੂੰ, ਉਹਨਾਂ ਨੂੰ ਤਾਂ ਮੰਨੇ ਨਾ, ਤੇ ਹੁਕਮ ਕੋਈ ਮੰਨਿਆ ਨਹੀਂ ਤੇ ਇਸ਼ਨਾਨ ਕਰਿਆ ਆ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਇੱਥੇ ਵੀ ਸਮਝਾਉਂਦੇ ਨੇ ਕਿ ਜੇ ਭਾਣਾ ਕੀ ਚੀਜ਼ ਹੈ, ਅੰਮ੍ਰਿਤ ਵੇਲੇ ਉੱਠਣਾ ਵੀ ਉਹਦਾ ਭਾਣਾ, ਕਕਾਰ ਪਾਉਣੇ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਇਹ ਸਾਰਾ ਕੁਝ ਉਹਦੇ ਭਾਣੇ ਤੋਂ ਭਾਵ ਉਹਦੇ ਹੁਕਮ ਵਿੱਚ। ਭਾਣੇ ਦਾ ਅਰਥ ਹੁਕਮ ਹੈ, ਜੋ ਉਹਦੇ ਭਾਣੇ ਵਿੱਚ ਚੱਲਦਾ, ਉਹਦੇ ਹੁਕਮ ਅਨੁਸਾਰ ਚੱਲਦਾ
ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਪਹਿਲਾਂ ਕਹਿ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ। ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਤੀਰਥ ਉੱਤੇ ਨਹਾਉਣ ਦਾ ਫਲ ਜਿਹੜਾ ਹੈ ਨਾ ਉਹ ਤਾਂ ਮਿਲਣਾ ਜੇ ਪ੍ਰਮਾਤਮਾ ਦੇ ਬਾਕੀ ਦੇ ਕਹੇ ਹੋਏ ਸਾਰੇ ਨਿਯਮ ਵੀ ਨਾਲ ਨਿਭਾਵਾਂਗੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਿੱਧਾਂ ਨੂੰ ਜਿਹੜਾ ਹੈ ਨਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਕਹਿੰਦੇ ਨੇ ਇਹ ਚੀਜ਼ ਹੈ ਕਿ ਜਦੋਂ ਥਨੇਸਰ ਨਾਮੇ ਤੀਰਥ ਉੱਤੇ ਜਾਣਾ ਸੀ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਤੀਰਥਾਂ ਤੇ ਆਪਾਂ ਇਸ਼ਨਾਨ ਕਰਨ ਜਾਣਾ, ਉਦੋਂ ਵੀ ਮਹਾਰਾਜ ਨੇ ਕਿਹਾ ਸੀ ਕਿ ਤੀਰਥ ਤੇ ਇਸ਼ਨਾਨ ਕਰਨਾ ਕੀ ਹੈ, ਸ਼ਬਦ ਦੀ ਵਿਚਾਰ ਕਰਨੀ ਜਿਹੜੀ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਸਾਚੇ ਗੁਰੂ ਗੋਪਾਲਾ। ਜੇ ਕਹੀਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਿਆਰ ਨਾਲ ਪਰਿਕਰਮਾ ਕਰੋ ਮਹਾਰਾਜ ਦੀਆਂ। ਜਦੋਂ ਪਰਿਕਰਮਾ ਕੀਤੀਆਂ ਪਿਆਰ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਚੌਰ ਸਾਹਿਬ ਕੀਤੇ, ਬੈਠੇ, ਗੁਰ ਤੀਰਥ ਗੁਰ ਪਾਰ ਜਾਤ। ਮਹਾਰਾਜ ਕਹਿੰਦੇ ਗੁਰੂ ਹੀ ਤੀਰਥ ਹੈ, ਇਹੀ ਤਾਂ ਤੁਸੀਂ ਸਮਝਦੇ ਨਹੀਂ ਹੋ। ਤੀਰਥਾਂ ਤੇ ਇਸ਼ਨਾਨ ਕਰਨੇ ਕਰਕੇ ਹੀਰੇ ਆਦਿਕ ਜੇ ਪ੍ਰਾਪਤ ਹੁੰਦੇ ਭਾਈ, ਜੇਤੀ ਸਿਰ ਠਿਓ ਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ। ਕੱਕੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਜੇ ਬਿਹਾਰੀ ਹੁੰਦੀ ਤਾਂ ਕੀ ਬੋਲਦੇ, ਜਿੰਨਾ ਮਰਜ਼ੀ ਲੰਮਾ ਕਰ ਲੋ, ਪਰ ਕੱਕੇ ਦੀ ਸਿਹਾਰੀ ਜਿਹੜੀ ਆ ਨਾ ਉਹ ਲੰਮੀ ਹੋ ਗਈ ਤੇ ਬਿਹਾਰੀ ਕਹਿੰਦੀ ਕਿ। ਇਸ ਕਰਕੇ ਮਹਾਰਾਜ ਕਹਿੰਦੇ ਜੇਤੀ ਸੇਠੋ ਪਾਈ ਵੇਖਾਂ। ਆਮ ਤੌਰ ਤੇ ਪਾਠ 50% ਜਾਣੇ ਗਲਤ ਕਰਦੇ, ਜੇਤੀ ਸ੍ਰਿਸ਼ਟ ਕਹੀ ਜਾਂਦੇ ਨੇ ਇੱਥੇ ਪਾਠ 'ਚ, ਸਿਰਠ ਨਹੀਂ ਕਹਿੰਦੇ। ਸੱਸਾ ਰਾਰਾ ਠੱਠਾ ਲਿਖਿਆ, ਸਿਹਾਰੀ ਲੱਗੀ, ਸੋ ਇਹ ਦੇਖਿਆ ਹੀ ਨਹੀਂ ਹੈ, ਤੇ ਬਿਹਾਰੀ ਲੱਗੀ ਕਿ ਸਿਹਾਰੀ ਲੱਗੀ ਆ, ਸੱਸਾ ਬਣਿਆ ਨਹੀਂ। ਜੇਤੀ ਸਿਰਠ, ਜਿਤਨੀ ਕਰਤਾ ਪੁਰਖ ਦੀ ਪੈਦਾ ਕੀਤੀ ਸ੍ਰਿਸ਼ਟੀ, ਕਹਿੰਦੇ ਮੈਂ ਵੇਖਦਾ ਹਾਂ, ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਉਸ ਵਿੱਚ ਕਿਸੇ ਨੂੰ ਬਿਨਾਂ ਭਾਗਾਂ ਤੋਂ ਕੀ ਮਿਲਦਾ, ਕੀ ਕੋਈ ਲੈ ਲੈਂਦਾ, ਕਦੇ ਦੇਖਿਆ? ਕਰਮਾਂ ਤੋਂ ਬਿਨਾਂ ਕੋਈ ਲੈਂਦਾ? ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਆਪਾਂ ਇਹਦੇ ਵਿੱਚ ਸਾਖੀਆਂ ਬਹੁਤ ਘੱਟ ਲਾਉਣੀਆਂ, ਸਾਖੀਆਂ ਵਾਲੀ ਜਾਂ ਹੋਰ ਵਿਸਤਾਰ ਵਾਲੀ ਕਥਾ ਤਾਂ ਆਪਾਂ ਸ਼ਰਵਣ ਕਰ ਹੀ ਸਕਦੇ ਹਾਂ, ਜੋ ਪਹਿਲਾਂ ਭਰੀ, ਬਾਅਦ ਵਿੱਚ ਵੀ ਕਿਤੇ ਫੇਰ ਸਮਾਂ ਲੱਗਿਆ ਕਥਾ ਸੰਪੂਰਨ ਤੋਂ ਬਾਅਦ ਫੇਰ ਇੱਕ ਵਾਰ ਜਪਜੀ ਸਾਹਿਬ ਦੀ ਵਿਸਥਾਰ ਸਹਿਤ ਕਥਾ ਹੋ ਸਕਦੀ ਹੈ ਜੇ ਗੁਰਾਂ ਨੂੰ ਭਾਇਆ। ਇਹ ਤਾਂ ਸਿਰਫ ਇੰਨਾ ਕਹਿ ਕਿ ਨਿਤਨੇਮ ਕਰਨ ਵਾਲੇ ਗੁਰਸਿੱਖ ਨੂੰ ਅੱਖਰੀ ਅਰਥ ਯਾਦ ਹੋ ਜਾਣ, ਤਾਂ ਕਿ ਉਹ ਜੋ ਰੋਜ਼ ਪਾਠ ਕਰੇ ਤਾਂ ਉਹਨੂੰ ਪਤਾ ਹੋਵੇ ਕਿ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਬਸ ਪਾਠ ਕਰਦੇ ਇਹ ਅਰਥਾਂ 'ਚ ਹੀ ਧਿਆਨ ਰੱਖਣਾ, ਜਿੰਨੀ ਦੁਨੀਆ ਪੈਦਾ ਕੀਤੀ ਮੈਂ ਦੇਖ ਰਿਹਾ, ਬਿਨਾਂ ਕਰਮਾਂ ਤੋਂ ਕਿਸੇ ਨੇ ਕੀ ਲੈ ਲਿਆ, ਕਿਸੇ ਨੂੰ ਕੀ ਮਿਲਿਆ, ਇੰਨੇ ਵਿੱਚ ਹੀ ਬੰਦੇ ਦੀ ਤਸੱਲੀ ਹੋ ਜਾਂਦੀ ਜਦੋਂ ਅਰਥ ਮਨ 'ਚ ਆ ਜੇ। ਕਿਉਂਕਿ ਮਨ ਨੂੰ ਕੀਲਣਾ ਅਰਥ ਨੇ, ਮਨ ਤਾਈਆਂ ਨਹੀਂ ਟਿਕਦਾ ਜੋ ਅਰਥ ਤਾਂ ਆਉਂਦਾ ਨਹੀਂ। ਚਲੋ ਅਰਥ ਵੀ ਨਹੀਂ ਆਉਂਦਾ, ਅੱਖਰਾਂ ਵਿੱਚ ਵੀ ਧਿਆਨ ਨਹੀਂ ਜਾਂਦਾ, ਫਿਰ ਧਿਆਨ ਕਿਤੇ ਹੋਰ, ਮਨ ਕਿਤੇ ਹੋਰ, ਇਸ ਤਰੀਕੇ ਨਾਲ ਮਾਨਸਿਕ ਤੌਰ ਤੇ ਆਪਾਂ ਪਰੇਸ਼ਾਨ ਹੋ ਜਾਂਦੇ ਹਾਂ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖੋ ਭਈ ਜਿਹੜੀ ਆ ਨਾ ਗੱਲ ਰਤਨ ਜਵਾਹਰ ਮਾਣਕ ਦੀ ਤੁਸੀਂ ਕਰਦੇ ਹੋ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਮੰਮੇ ਕੰਨਾ ਨਾਣੇ ਲੱਗੀ ਹੋਈ ਸਿਹਾਰੀ ਕੱਕਾ ਮਾਣਿਕ। ਸੋ ਇਸ ਤਰੀਕੇ ਨਾਲ ਜਿਵੇਂ ਪੰਡਤ ਅੱਖਰ ਵੀ ਆਉਂਦਾ, ਡੱਡਾ ਮੁਕਤਾ, ਤੇ ਪੰਡਿਤ ਵੀ ਆਉਂਦਾ, ਡਿਤ ਪੰਡਿਤ, ਕਿਉਂ ਜਿਹੜਾ ਜਿਹਾ ਅੱਖਰ ਲਿਖਿਆ ਹੋਵੇ ਉਹੋ ਜਿਹੀ ਬੋਲ ਦੇਣਾ ਚਾਹੀਦਾ। ਸੋਦਰ ਦੇ ਵਿੱਚ ਆਉਂਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਗੁਰਾਂ ਦੀ ਸਿੱਖਿਆ ਸੁਣ ਕੇ ਮੱਤ ਵਿੱਚ ਗ੍ਰਹਿਣ ਕਰ ਲਈ ਨਾ ਇੱਕ ਵਾਰੀ, ਉਹਨਾਂ ਨੂੰ ਰਤਨ ਜਵਾਹਰ ਮਾਣਕ ਆਦਿਕ ਸਭ ਪਦਾਰਥ ਵੈਸੇ ਹੀ ਮਿਲ ਜਾਂਦੇ ਨੇ। ਅੰਤਰ ਰਤਨ ਜਵੇਹਰ ਮਾਣਕ, ਗੁਰ ਕਿਰਪਾ ਤੇ ਲੀਜੈ, ਗੁਰ ਉਪਦੇਸ਼ ਜਵਾਹਰ ਮਾਣਕ, ਸੇਵੇ ਸਿੱਖ ਸੋ ਖੋਜ ਲਹੈ। ਜੋ ਸਿੱਖ ਗੁਰੂ ਦੇ ਉਪਦੇਸ਼ ਨੂੰ ਸੇਵਦੇ ਨੇ, ਮੰਨਦੇ ਨੇ, ਮੱਤ ਵਿੱਚ ਧਾਰਨ ਕਰਦੇ ਨੇ, ਉਹ ਰਤਨ ਜਵਾਹਰ ਮਾਣਕ ਆਦਿਕ ਨੂੰ ਪ੍ਰਾਪਤ ਕਰ ਲੈਂਦੇ ਨੇ। ਪਰ ਰਤਨ ਜਵਾਹਰ ਮਾਣਕ ਇੱਥੇ ਉਹ ਚੀਜ਼ਾਂ ਨਹੀਂ ਕਹੀਆਂ, ਦੁਨਿਆਵੀ ਤਾਂ ਰਤਨ ਜਵਾਹਰ ਮਾਣਕ ਸੁਭਾਵਕ ਹੀ ਮਿਲ ਜਾਂਦੇ ਨੇ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਪਾਸੋਂ ਏਕਤਾ ਵਾਲੀ ਸਿੱਖਿਆ ਸੁਣ ਕੇ ਮੱਤ ਵਿੱਚ ਧਾਰਨ ਕਰ ਲਈ ਨਾ, ਏਕਤਾ ਕਿਹੜੀ ਕਿਹੜੀ ਏਕਤਾ ਹੋ ਗਈ? ਜੀਵ ਅਤੇ ਈਸ਼ ਦੀ ਏਕਤਾ।
ਸ਼ਬਦ ਅਤੇ ਸੁਰਤ ਦੀ ਏਕਤਾ। ਸ਼ਬਦ ਅਤੇ ਸੁਰਤ ਦੀ ਏਕਤਾ ਹੁੰਦੀ ਜ਼ਰੂਰੀ। ਫਿਰ ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਜਿਹੜਾ ਰਤਨ ਹੁੰਦਾ ਵਿਰਾਗ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਜਵਾਹਰ ਕੀ ਹੈ? ਗਿਆਨ ਪ੍ਰਗਟ ਹੋ ਜਾਂਦਾ ਹੈ। ਮਾਣਿਕ ਕੀ ਚੀਜ਼ ਹੈ? ਸ਼ਰਵਣ, ਮੰਨਣ, ਨਿਧਿਆਸਣ। ਇਹ ਤਿੰਨ ਗੁਣ ਪੈਦਾ ਹੋ ਜਾਂਦੇ। ਸੁਣਨਾ, ਮੰਨਣਾ, ਮੰਨ ਕੇ ਕਮਾਉਣਾ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮੋਤੀ ਚਿੱਟਾ ਹੁੰਦਾ ਹੈ, ਇਸ ਕਰਕੇ ਚਟਿਆਈ ਵਿੱਚ ਕੀ ਇਸ਼ਾਰਾ? ਸ਼ੁੱਧਤਾ ਦਾ, ਮਨ ਉਜਲ ਹੋ ਜਾਣਾ, ਇਹੀ ਮੋਤੀ ਹੈ ਅੰਦਰ। ਮਣੀ ਕੀ ਚੀਜ਼ ਹੈ? ਭਗਤੀ। ਹੀਰਾ ਕੀ ਹੈ? ਨਾਮ। ਇਤਿਆਦਿਕ ਸਾਰੇ ਸ਼ੁਭ ਗੁਣ ਨੂੰ ਪ੍ਰਾਪਤ ਹੋ ਜਾਂਦੇ ਨੇ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਾਮ ਦੀ ਮਹਿਮਾ ਦੱਸੀ ਹੈ ਕਿ ਜੇ ਗੁਰਾਂ ਦੀ ਸਿੱਖਿਆ ਰੋਜ਼ ਬੰਦਾ ਸੁਣਦਾ ਰਹੇ ਨਾ, ਤੇ ਮਤ ਦੇ ਵਿੱਚ ਬੰਦੇ ਦੇ ਇਹ ਰਤਨ, ਜਵਾਹਰ, ਮਾਣਕ, ਮੋਤੀ, ਮਣੀ, ਹੀਰਾ ਨਾਸਵੰਤ ਪਦਾਰਥ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਵਿਰਾਗ, ਗਿਆਨ, ਵਿਵੇਕ ਜਿਹੜਾ ਹੈ, ਸਰਵਣ, ਮੰਨਣ, ਨਿਧਿਆਸਣ, ਸ਼ੁੱਧਤਾ, ਭਗਤੀ ਤੇ ਨਾਮ, ਇਹ ਅਸਲੀ ਹੀਰੇ ਮੋਤੀ ਨੇ ਗੁਰਸਿੱਖ ਦੇ ਕੋਲੇ। ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਜਿਹੜੀ ਸਿੱਖਿਆ ਦਿੱਤੀ ਹੈ, ਤੇ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਗੁਰਾ ਇੱਕ ਦੇਹ 부ਝਾਈ। ਕਹਿੰਦੇ ਗੁਰਾਂ ਨੇ ਇਹ ਇੱਕ ਗੱਲ ਸਮਝਾ ਦਿੱਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਨੇ ਤਾਂ ਉਹਨਾਂ ਦਾ ਇਸ਼ਾਰਾ ਅਕਾਲ ਪੁਰਖ ਵੱਲ ਹੁੰਦਾ। ਜਦੋਂ ਦੂਜੇ ਪਾਤਸ਼ਾਹ ਨੇ ਫਿਰ ਬਾਣੀ ਉਚਾਰੀ ਤਾਂ ਉਹਨਾਂ ਨੇ ਆਪਣਾ ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਕੀਤਾ। ਪਹਿਲੇ ਪਾਤਸ਼ਾਹ ਕਹਿੰਦੇ ਮੇਰੇ ਸਤਿਗੁਰੂ ਅਕਾਲ ਪੁਰਖ ਨੇ, ਕਿਉਂਕਿ ਮੈਂ ਉਹਨਾਂ ਨੂੰ ਗੁਰੂ ਧਾਰਿਆ। ਪਹਿਲਿਆਂ ਨੂੰ ਗੁਰੂ ਦੂਜਿਆਂ ਨੇ ਧਾਰਿਆ, ਦੂਜਿਆਂ ਨੂੰ ਤੀਜਿਆਂ ਨੇ ਧਾਰਿਆ। ਇਉਂ ਇਸ਼ਾਰਾ ਬਾਕੀ 9 ਸਰੂਪਾਂ ਦਾ ਪਹਿਲੇ ਪਾਤਸ਼ਾਹ ਵੱਲ, ਪਹਿਲਿਆਂ ਦਾ ਅਕਾਲ ਪੁਰਖ ਵੱਲ ਹੈ। ਇੱਥੇ ਹੁਣ ਪਹਿਲੇ ਪਾਤਸ਼ਾਹ ਕਹਿੰਦੇ ਗੁਰਾ ਇੱਕ ਦੇਹ 부ਝਾਈ। ਹੇ ਮਹਾਰਾਜ ਮੈਨੂੰ ਇੱਕ ਸਿੱਖਿਆ ਸਮਝਾ ਦਿਓ, ਇਹ ਆਪਾਂ ਕਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਾਂ ਨੇ ਮੈਨੂੰ ਇੱਕ ਸਿੱਖਿਆ ਸਮਝਾ ਦਿੱਤੀ ਕਿ ਸਭਨਾ ਜੀਆ ਕਾ ਏਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਸਾਰਿਆਂ ਜੀਆਂ ਦਾ ਇੱਕੋ ਹੀ ਮਾਲਕ ਹੈ, ਸਭ ਜਾਚਕ ਤੂੰ ਏਕੋ ਦਾਤਾ, ਮੰਗੈ ਹੱਥ ਪਸਾਰੀ। ਇਹ ਪੰਕਤੀ ਸਾਨੂੰ ਈਰਖਾ, ਦਵੈਸ਼ ਤੋਂ ਰਹਿਤ ਕਰਦੀ ਹੈ, ਸੰਸਾਰ ਭਰ ਦੇ ਸਾਰੇ ਜੀਵਾਂ ਪ੍ਰਤੀ ਪਿਆਰ ਪੈਦਾ ਕਰਦੀ ਹੈ, ਕੋਈ ਦੂਜਾ ਨਹੀਂ। ਇਹ ਪੰਕਤੀ ਕਹਿੰਦੀ ਸਾਰੇ ਹੀ ਉਸ ਦੇ ਨੇ। ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। 6ਵੀਂ ਪੌੜੀ ਦੇ ਵਿੱਚ 90 ਅੱਖਰ ਕੁੱਲ ਉਚਾਰਨ ਕਰਕੇ। ਆਪਾਂ ਜ਼ਿਆਦਾ ਵਿਸਥਾਰ 'ਚ ਨਹੀਂ ਜਾਣਾ ਤਾਂ ਕਿ ਇੰਨੀ ਸੂਖਮ ਕਥਾ ਇਸ ਢੰਗ ਦੀ ਕਰੀਏ ਵੀ ਬੱਚਾ ਵੀ ਇਸ ਨੂੰ ਸਮਝ ਲਵੇ ਵੀ ਮੈਂ ਜਪਜੀ ਸਾਹਿਬ ਪੜ੍ਹਨ ਵੇਲੇ ਇਹਨਾਂ ਅਰਥਾਂ ਦਾ ਧਿਆਨ ਰੱਖਣਾ ਹੈ।